वाहिगुरु साहिब जीओ। पौड़ी। नानक जियो पाए कै लिख नामै धर्म बहालिया। उथै सच्चे ही सच निबड़ै चुन वख कढे जजमालिया। थाऊ ना पायन कूड़ियार मोह कालै दोजक चालिया। तेरे नाए रत्ते से जन गए हार गए से ठगण वालिया। लिख नामै धर्म बहालिया। लिख नामै धर्म बहालिया। वाहिगुरु जी का खालसा वाहिगुरु जी की फतेह। धन धन श्री गुरु ग्रंथ साहिब सच्चे सतगुरु पातशाह जी दे पावन चरनां दे अंदर विराजमान गुरु प्यार वाले गुरु सवारे सतसंगी जनों, पावन बाणी श्री आसा की वार लड़ीवार गुरबाणी शब्द विचार असीं कर रहे हाँ। आसा की वार जी दी पावन बाणी दी दूसरी पौड़ी दा पाठ आपने सरवण कीता। इस पौड़ी दे नाल गुरु अर्जन देव पातशाह ने कृपा की 3 श्लोक अंकित किए ने। 2 श्लोक धन गुरु नानक साहब पातशाह जी दे और एक पावन श्लोक धन गुरु अंगद साहब पातशाह जी का है, जिहदी विचार असी कर चुके हाँ। क्योंकि वार का जो मूल रूप है असी पहला भी विचार की सी, वो पौड़ी है। गुरु अर्जन देव पातशाह जी ने जो गुरु ग्रंथ साहब पातशाह की संपादना की उस समय फिर पौड़ियां दे नाल श्लोक दर्ज कर दिते। तो गुरु नानक साहब सतगुरु पातशाह इस पावन पौड़ी दे अंदर बचन करते ने। नानक जी उपाय कै लिख नामै धर्म बहालिया। उस वाहिगुरु परमेश्वर जी ने नानक जी उपाय कै, उपाय कै दा अर्थ है पैदा करके, संसार दे विच जीवां नूं पैदा करके लिख नामै धर्म बहालिया। लिख नावे दा अर्थ बनदा है ना लिखण दे लई जियां दे कीते कर्मां दा लेखा जोखा लिखण दे लई। लिख नामै जेड़े परमात्मा ने जीव पैदा कीते उन्हां जीवां दा लेखा जोखा चंगा ते माड़ा कर्म ने जेड़े उन्हां दा लेखा लिखण दे लई धर्म की स्थापना की। हुण गुरमुखो जिहड़ी पौराणिक विचारधारा है हिंदुस्तान की, उहदे च मन्निया जांदा भी एक धर्मराज है ते धर्मराज दा एक दरबार है। उस विच एक चित्रगुप्त है। चित्रगुप्त हर एक मनुख दे कीते कर्मां दा लेखा जोखा हिसाब किताब रखदा है। मनुख मरण तो बाद उहदी आत्मा धर्मराज दे दरबार पहुंचदी है। उत्थे फिर जिहड़ा चित्रगुप्त है वह मनुख दे कीते चंगे माड़े कर्मां दी लिखत नूं खोलदा है ते उहदे अनुसार फिर धर्मराज दी कचहरी विच मनुख नूं स्वर्ग जां नरक दी, बेहश्त जां दोजक दी सज़ा सुनाई जाती है।
ਇਹ ਸਨਾਤਨ ਮਤ ਦੀ ਫਿਲਾਸਫੀ ਹੈ, ਇਹ ਪੁਰਾਣ ਧਰਮਾਂ ਦੀ ਵਿਚਾਰ ਵੀ ਸੀ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਨੇ ਇਹ ਪ੍ਰਵਾਨ ਨਹੀਂ ਕੀਤਾ, ਇੱਕ ਨਵੇਕਲੀ ਵਿਚਾਰਧਾਰਾ ਸਾਡੀ ਝੋਲੀ ਪਾਈ ਕਿ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਦਰਬਾਰ ਵਿੱਚ ਮਨੁੱਖ ਮਰ ਕੇ ਨਹੀਂ ਜਾਂਦਾ, ਔਰ ਵਾਹਿਗੁਰੂ ਪਰਮੇਸ਼ਰ ਦਾ ਜੋ ਦਰਬਾਰ ਹੈ ਉਹ ਕੋਈ ਇਸ ਧਰਤੀ ਤੋਂ ਵੱਖਰਾ ਨਹੀਂ ਹੈ। ਨੁਕਤਾ ਬੜੇ ਧਿਆਨ ਨਾਲ ਸਮਝੋ। ਅਸੀਂ ਪਿੱਛੇ ਸ਼ਲੋਕ ਇਸ ਕਰਕੇ ਵਿਚਾਰਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕੀਤੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ, ਇਹ ਸੰਸਾਰ ਹੀ ਉਸ ਸੱਚੇ ਦਾ ਟਿਕਾਣਾ ਹੈ, ਤੇ ਉਹ ਵਾਹਿਗੁਰੂ ਪਰਮੇਸ਼ਰ ਇਸ ਜਗਤ ਰੂਪੀ ਕੋਠੜੀ ਦੇ ਵਿੱਚ ਹੀ ਆਪਣਾ ਨਿਵਾਸ ਕਰਦਾ ਹੈ। ਉਹਦਾ ਨਿਵਾਸ ਇਸ ਧਰਤੀ ਤੋਂ ਕਿਸੇ ਦੂਸਰੇ ਥਾਂ ਨਹੀਂ ਹੈ, ਇਸ ਕੁਦਰਤ ਤੋਂ, ਆਪਣੀ ਬਣਾਈ ਹੋਈ ਰਚਨਾ ਤੋਂ ਪਰੇ ਨਹੀਂ ਹੈ। ਇਹ ਸੰਸਾਰ ਉਸ ਪਰਮਾਤਮਾ ਨੇ ਰਚਿਆ ਔਰ ਇਹ ਸੰਸਾਰ ਹੀ ਉਸ ਪਰਮਾਤਮਾ ਦਾ ਟਿਕਾਣਾ ਹੈ। ਤੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਆਪਣੀ ਬਣਾਈ ਰਚਨਾ ਵਿੱਚ ਨਿਵਾਸ ਕਰਦਾ ਹੈ, ਤੇ ਇਹ ਮਨੁੱਖ ਹੈ ਜਿਹੜਾ, ਇਹ ਮਨੁੱਖ ਵੀ ਪਰਮਾਤਮਾ ਦੀ ਇੱਕ ਰਚਨਾ ਹੀ ਹੈ। ਉਹ ਵਾਹਿਗੁਰੂ ਪਰਮੇਸ਼ਰ ਇਸ ਮਨੁੱਖ ਦੇ ਅੰਦਰ ਵੀ ਨਿਵਾਸ ਕਰਦਾ, ਟਿਕਾਣਾ ਕਰਦਾ। ਇਸ ਕਰਕੇ ਉਸ ਪਰਮਾਤਮਾ ਕੋਲੇ ਮਨੁੱਖ ਮਰ ਕੇ ਨਹੀਂ ਜਾਂਦਾ, ਜਿਉਂਦੇ ਜੀ ਵੀ ਇਹ ਇਨਸਾਨ ਪਰਮਾਤਮਾ ਦੇ ਕੋਲ ਹੀ ਹੈ, ਕਿਉਂਕਿ ਪਰਮਾਤਮਾ ਇਹਦੇ ਅੰਦਰ ਹੀ ਬੈਠਾ ਹੈ। ਚਾਰੇ ਪਾਸੇ ਐਸੀ ਕੋਈ ਥਾਂ ਹੀ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ, ਵਾਹਿਗੁਰੂ ਪਰਮੇਸ਼ਰ ਜੀ ਹਾਜ਼ਰ ਨਾਜ਼ਰ ਨਾ ਹੋਣ। ਇਸ ਕਰਕੇ ਇੱਕ ਧਰਮਰਾਜ ਐਸਾ ਹੈ ਜਿਹੜਾ ਸਦਾ ਇਸ ਮਨੁੱਖ ਦੇ ਨਾਲ ਨਾਲ ਹੈ। ਨੁਕਤਾ ਬੜੇ ਧਿਆਨ ਨਾਲ ਸਮਝੋ। ਉਹ ਕਿਹੜਾ ਧਰਮਰਾਜ ਹੈ ਜਿਹੜਾ ਸਦਾ ਹੀ ਮਨੁੱਖ ਦੇ ਨਾਲ ਨਾਲ ਹੈ? ਉਹ ਧਰਮਰਾਜ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਜਿਹੜਾ ਉਹਦਾ ਹੁਕਮ ਹੈ, ਜੋ ਰੱਬ ਦਾ ਬਣਾਇਆ ਹੋਇਆ ਨਿਜ਼ਮ ਹੈ, ਜਿਹੜਾ ਨਿਜ਼ਮ ਇਹ ਕਹਿੰਦਾ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੜਾ ਨਿਜ਼ਮ ਇਹ ਕਹਿੰਦਾ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿਹੜਾ ਉਹ ਰੱਬੀ ਨਿਜ਼ਮ ਹੈ ਉਹ ਆਪਣੇ ਆਪ ਦੇ ਵਿੱਚ ਧਰਮਰਾਜ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਧਰਮਰਾਜ ਦੀ ਕੋਈ ਵੱਖਰੀ ਹੋਂਦ ਨਹੀਂ ਸਵੀਕਾਰ ਕੀਤੀ, ਕੋਈ ਵੱਖਰਾ ਇੱਕ ਅਸਥਾਨ ਨਹੀਂ ਬਣਾਇਆ ਵੀ ਇਸ ਧਰਤੀ ਤੋਂ, ਇਸ ਕੁਦਰਤ ਦੀ ਰਚਨਾ ਤੋਂ ਕੋਈ ਪਾਸੇ ਧਰਮਰਾਜ ਬੈਠਾ ਹੈ। ਧਰਮਰਾਜ ਤਾਂ ਸਦਾ ਹੀ ਇਹਦੇ ਨਾਲ ਹੈ। ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਹੋਇਆ ਨਿਜ਼ਮ, ਪਰਮਾਤਮਾ ਵਾਹਿਗੁਰੂ ਦਾ ਹੁਕਮ, ਜੋ ਉਸ ਵਾਹਿਗੁਰੂ ਦਾ ਕਾਨੂੰਨ ਹੈ, ਉਹ ਕਾਨੂੰਨ, ਉਹਦੀ ਮਰਿਆਦਾ, ਉਹਦੇ ਬਣਾਏ ਹੋਏ ਨਿਜ਼ਮ, ਇਹ ਧਰਮਰਾਜ ਹੀ ਹੈ। ਤੇ ਸਦਾ ਇਹ ਧਰਮਰਾਜ ਦੇ ਅਧੀਨ ਹੀ ਤੇ ਜ਼ਿੰਦਗੀ ਚਲਾ ਰਹੇ ਹੈ ਨਾ। ਹੁਕਮੈ ਅੰਦਰ ਸਭ ਕੋ, ਅਰਥ ਕੀ ਬਣਿਆ? ਉਹਦਾ ਹੁਕਮ ਜਿਹੜਾ ਧਰਮਰਾਜ ਹੈ ਉਹਦੇ ਅਧੀਨ ਹੀ ਤੇ ਮਨੁੱਖ ਕਰਮ ਕਰਦਾ ਪਿਆ। ਨਹੀਂ ਤੇ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਦੇ। ਰੱਬ ਦੇ ਪਿਆਰੇ ਤੇ ਨਰਕ ਤੇ ਸਵਰਗ ਦੀ ਹੋਂਦ ਨੂੰ ਹੀ ਰੱਦ ਕਰਦੇ ਨੇ। ਜੇ ਨਰਕ ਤੇ ਸਵਰਗ ਨੂੰ ਰੱਦ ਕੀਤਾ ਜਾ ਰਿਹਾ, ਇਹਦਾ ਭਾਵ ਉਸ ਨਰਕ ਤੇ ਉਸ ਸਵਰਗ ਦੇ ਵਿੱਚ ਜਿਹੜਾ ਤਖਤ ਦੇ ਉੱਤੇ
एक धर्मराज बैठा, चित्रगुप्त बैठा, वो तो अपने आप ही रद्द हो जाएंगे। हम काहू की कान ना कढ़ते अपने गुर प्रसादे। तो गुरु ग्रंथ साहिब पातशाह जी की बाणी ने उस रब्बी हुक्म नूं, उस रब्बी कानून नूं, उस वाहिगुरु परमेश्वर जी की स्थापित की हुई मर्यादा नूं ही धर्मराज कहा, धर्म कहा। नानक जी ओ पाए कै, हे नानक, उस वाहिगुरु परमेश्वर ने इन्हां जीवां नूं पैदा करके लिख नावै धर्म बहालिया। ते इन्हां पैदा किए हुए जीवां दे चंगे मंदे कर्मां दा लेखा करन दे लई धर्म स्थापित किया, एक निजम स्थापित किया। देखो एक बचन आउंदा है गुरु नानक साहिब पातशाह जी का मारू राग दे अंदर, करनी कागद मन मसवाणी, बुरा भला दोई लेख पई, ज्यों ज्यों किरत चलाए त्यों चलिए, तौ गुण नाही अंत हरे, चित चेतस की नहीं बावरिया। हुण इहदा अर्थ की बनदा है? करनी कागद मन मसवाणी, बुरा भला दोई लेख पई। तेरी कीती हुई, तेरी जो करनी है वो कागद है, मन मसवाणी मनशाही है, बुरा भला दोई लेख पए, चंगे ते माड़े कर्म है जिहड़े वो लिखे जा रहे हैं। तू कर रहे हैं नाल दी लिखे जा रहे हैं। सौखा समझ लईए गुरमुखो, कागज दे उत्ते लिखी हुई लिखत नूं मिटिया जा सकदा है, पर जिहड़ी लिखत साडी आत्मा दे उपर लिखी गई, जिहड़ी लिखत साडे मन दी सलेट दे उपर लिखी गई, आत्मा दे उत्ते लिखी हुई चंगी ते माड़ी लिखत, मन दे उत्ते लिखी हुई चंगे ते माड़े कर्मां दा लिखत, उन्होंने कोई मिटा नहीं सकता। उत्ते लिखी गई आत्मा के उपर और रब्बी कानून के अनुसार लिखी गई है। रब्बी कानून ने एक फैसला कर दिता, एक किरत चंगी है, एक किरत माड़ी है, ये सच है, ये झूठ है, ये कूड़ है, ये सच है। ये इस गल का फैसला रब्बी कानून ने, उहदी मर्यादा ने कर दिता। किसे नूं दे देना पुण्य है, किसे तो खो लेना पाप है। इहदा फैसला किने कीता? धर्म रूपी कानून ने। धर्म रूपी कानून ने फैसला किया ना। हुण धर्म रूपी कानून की है? धर्मराज है। इस करके रब्बी कानून नूं, रब्बी मर्यादा नूं ही वो धर्मराज मन्निया जिहड़ा सदीवी साडे नाल चलदा है। लिख नावै धर्म बहालिया, उत्थे सच्चे ही सच निबड़ै। उत्थे दा की अर्थ है? रब्बी कानून दे विच, ओदी बनाई हुई मर्यादा दे विच सच्चे ही सच निबड़ै, केवल सच ही निबड़दा है। उत्थे धर्म नहीं देखा जाता, रंग नहीं देखा जाता, वर्ण नहीं देखा जाता, जात नहीं वेखी जाती, अमीरी ते गरीबी नहीं देखी जाती, क्योंकि उहदा दरबार सच्चा है। सच्चे दरबार का की अर्थ है? करमी करमी होए विचार, सच्चा आप सच्चा दरबार। वो कचहरी, वो अदालत सच्ची है जिथे मनुख का धर्म नहीं देखा जाता, जात नहीं देखी जाती, जिथे अमीरी ते गरीबी नहीं देखी जाती, केवल मनुख के कर्म देखे जाते। जिहड़ी वेखो दुनियावी अदालतां ने, दुनियावी अदालतां विच ते कई बार जज खरीदे जाते हैं, गवाह मुकराए जाते हैं पैसे की ताकत नाल। पर जिहड़ा वो रब्बी कानून की अदालत है, रब्बी निज़म, रब्बी मर्यादा की अदालत है,
ਉੱਥੇ ਕੇਵਲ ਕਰਮ ਦੇਖਿਆ ਜਾਂਦਾ ਹੈ। ਕਰਮ ਕੀ ਕਰਕੇ ਆਇਆ? ਤਾਂ ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ। ਜਜਮਾਲਿਆ ਦੇ ਅਰਥ ਨੇ ਕੋੜੇ ਜੀਵ, ਗੰਦੇ ਜੀਵ, ਵਾਸ਼ਨਾਵਾਂ ਦੇ ਜੰਜਾਲ ਵਿੱਚ ਫਸੇ ਹੋਏ ਜਿਹੜੇ ਜੀਵ ਨੇ, ਉਹਨਾਂ ਨੂੰ ਵੱਖ ਕੱਢ ਦਿੱਤਾ ਜਾਂਦਾ ਹੈ, ਉਹਨਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ ਹੈ। ਇਹੀ ਤਾਂ ਰੱਬੀ ਕਾਨੂੰਨ ਹੈ। ਥਾਉ ਨਾ ਭਾਇਨ ਕੂੜਿਆਰ, ਝੂਠਿਆਂ ਨੂੰ, ਕੂੜਿਆਂ ਨੂੰ, ਮਾਇਆ ਪਿੱਛੇ ਤੁਰਨ ਵਾਲਿਆਂ ਨੂੰ ਉਸ ਰੱਬੀ ਕਾਨੂੰਨ ਦੀ ਥਾਂ ਵਿੱਚ ਸਥਾਨ ਨਹੀਂ ਪ੍ਰਾਪਤ ਹੁੰਦਾ। ਉੱਥੇ ਉਹਨੂੰ ਥਾਂ ਨਹੀਂ ਮਿਲਦੀ। ਜਿਹੜੀ ਰੱਬ ਦੀ ਬਣਾਈ ਮਰਿਆਦਾ ਹੈ, ਉਸ ਵਿੱਚ ਕੂੜੇ ਮਨੁੱਖਾਂ ਨੂੰ ਥਾਂ ਨਹੀਂ ਮਿਲਦੀ ਹੈ। ਉੱਥੇ ਥਾਉ ਨਾ ਭਾਇਨ ਕੂੜਿਆਰ, ਮੋਹ ਕਾਲਾ ਦੋਜਕ ਚਾਲਿਆ। ਮੂੰਹ ਕਾਲਾ, ਮੂੰਹ ਕਾਲਾ ਕਰਕੇ ਜਿਹੜੇ ਕਾਲੇ ਮੂੰਹਾਂ ਵਾਲੇ ਨੇ, ਉਹਨਾਂ ਨੂੰ ਦੋਜਕ ਚਾਲਿਆ, ਉਹਨਾਂ ਨੂੰ ਦੋਜਕ ਵਿੱਚ ਧੱਕ ਦਿੱਤਾ ਜਾਂਦਾ ਹੈ। ਤੇਰੇ ਨਾਈ ਰੱਤੇ ਸੇ ਜਣ ਗਏ, ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਦੇ ਸਵਾਸ, ਜਿਨ੍ਹਾਂ ਦੇ ਕਰਮ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਸੀ। ਇਹ ਹੈ ਰੱਬੀ ਕਾਨੂੰਨ, ਧਰਮਰਾਜ। ਇਹ ਹੈ ਪਰਮਾਤਮਾ ਦੇ ਹੁਕਮ ਦਾ ਫੈਸਲਾ। ਇਹ ਹੈ ਸੱਚੇ ਧਰਮਰਾਜ ਦਾ ਫੈਸਲਾ। ਤੇਰੇ ਨਾਈ ਰੱਤੇ, ਜਿਨ੍ਹਾਂ ਦੀ ਜ਼ਿੰਦਗੀ ਤੇਰੇ ਨਾਮ ਦੇ ਵਿੱਚ ਰੱਤੀ ਹੋਈ ਸੀ, ਜਿਨ੍ਹਾਂ ਦੀ ਜ਼ਿੰਦਗੀ ਸੱਚ ਵਿੱਚ ਰੱਤੀ ਹੋਈ ਸੀ, ਸੇ ਜਿਣ ਗਏ, ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਆ। ਜਿੱਤ ਦਾ ਕੀ ਅਰਥ ਹੈ? ਜਿਣ ਗਏ ਦਾ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ। ਹਾਰ ਗਏ ਸੇ ਠੱਗਣ ਵਾਲਿਆ, ਜੋ ਤੇਰੇ ਨਾਮ ਵਿੱਚ ਰੰਗੇ ਗਏ ਉਹ ਜਿੱਤ ਜਾਂਦੇ ਨੇ। ਹਾਰ ਗਏ ਸੇ ਠੱਗਣ ਵਾਲਿਆ, ਜਿਹੜੇ ਪਰਮਾਤਮਾ ਵਾਹਿਗੁਰੂ ਠੱਗੀਆਂ ਮਾਰਨ ਵਾਲੇ ਸਨ, ਜਿਹੜੇ ਵਲ ਫਰੇਬ ਕਰਨ ਵਾਲੇ ਸਨ, ਚਤੁਰਾਈਆਂ ਕਰਨ ਵਾਲੇ ਸੀ, ਉਹ ਰੱਬੀ ਕਾਨੂੰਨ ਦੇ ਸਾਹਮਣੇ ਹਾਰ ਜਾਂਦੇ ਹਨ। ਲਿਖ ਨਾਵੇਂ ਧਰਮ ਬਹਾਲਿਆ, ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਦੇ ਵਿੱਚ ਜੀਵਾਂ ਦਾ ਲੇਖਾ ਜੋਖਾ ਕਰਨ ਦੇ ਲਈ ਧਰਮ ਰੂਪੀ, ਕਾਨੂੰਨ ਰੂਪੀ, ਮਰਿਆਦਾ ਰੂਪੀ ਧਰਮਰਾਜ ਸਥਾਪਿਤ ਕੀਤਾ ਹੈ। ਹਰ ਇੱਕ ਮਨੁੱਖ ਦੇ ਸਿਰ ਦੇ ਉੱਤੇ ਰੱਬੀ ਨਿਯਮਾਂ ਦਾ ਕੁੰਡਾ ਬਣਾਇਆ। ਹਰ ਇੱਕ ਮਨੁੱਖ ਦੇ ਉੱਪਰ ਪਰਮਾਤਮਾ ਨੇ ਆਪਣੀ ਮਰਿਆਦਾ, ਆਪਣੇ ਕਾਨੂੰਨ ਦਾ ਇੱਕ ਕੁੰਡਾ ਬਣਾਇਆ। ਉਹ ਪਰਮੇਸ਼ਰ ਨੇ ਧਰਮਰਾਜ, ਧਰਮ ਹੀ ਸਥਾਪਿਤ ਕੀਤਾ ਹੈ। ਸੋ ਇਹਦਾ ਅਰਥ ਗੁਰਮੁਖੋ ਇਹੀ ਬਣਦਾ ਹੈ ਕਿ ਮਰਨ ਤੋਂ ਬਾਅਦ ਨਹੀਂ, ਅਸੀਂ ਜਿਉਂਦੇ ਜੀ ਹੀ ਧਰਮ ਦੇ ਸਹਾਰੇ, ਧਰਮੀ ਕਾਨੂੰਨ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਵਡਿਆਈ, ਸ਼ੋਭਾ ਇਸੇ ਸੰਸਾਰ ਵਿੱਚ ਹੀ ਮਿਲਣੀ ਹੈ ਤੈਨੂੰ। ਜਿਹਨੂੰ ਪਾਤਸ਼ਾਹ ਨੇ ਕਹਿੰਦਾ, ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਅੱਗੇ ਤਾਂ ਸੁੱਖ ਤਾਂ ਹੀ ਮਿਲੇਗਾ ਨਾ ਜੇ ਪਿੱਛੇ ਸੁੱਖ ਮਿਲਿਆ। ਜੇ ਜਵਾਨੀ ਵਿੱਚ ਸੱਚ ਦੀ ਕਮਾਈ ਕੀਤੀ ਹੈ ਤੇ ਸੁੱਖਾਂ ਦਾ ਫਲ ਤਾਂ ਹੀ ਬੁਢੇਪੇ ਚ ਮਿਲਣਾ ਹੈ। ਜੇ ਨਾਮ ਦਾ ਰਸ ਜਵਾਨੀ ਵਿੱਚ ਨਹੀਂ ਮਾਣਿਆ ਤੇ ਬੁਢੇਪੇ ਸੁੱਖ ਕਿੱਥੇ ਮਿਲਣਾ? ਆਗੇ ਸੁੱਖ ਮੇਰੇ ਮੀਤਾ, ਅੱਗੇ ਸੁੱਖ ਤਾਂ ਹੀ ਮਿਲਣਾ ਮੇਰੇ ਮਿੱਤਰਾ, ਪਾਛੈ ਆਨੰਦ ਪ੍ਰਭ ਕੀਤਾ, ਜੇ ਪਿੱਛੇ ਭਾਵ ਇਸ ਜ਼ਿੰਦਗੀ ਵਿੱਚ, ਇਸ ਸਮੇਂ ਦੇ ਵਿੱਚ ਆਨੰਦ ਦੀ ਪ੍ਰਾਪਤੀ, ਸੁੱਖ ਦੀ ਪ੍ਰਾਪਤੀ ਕੀਤੀ ਹੈ। ਦੇਖੋ ਨਾ, ਸਮਾਪਤੀ ਕਰੀਏ। ਭਗਤ ਬਾਬਾ ਨਾਮਦੇਵ ਸਾਹਿਬ, ਪੰਡਤ ਮੰਦਰ ਵਿੱਚੋਂ ਧੱਕੇ ਮਾਰਦਾ ਹੈ ਤੇ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਕਹਿੰਦਾ, ਪ੍ਰਮਾਤਮਾ ਮੇਰੀ ਬੇਇੱਜ਼ਤੀ ਲੋਕਾਂ ਦੇ ਸਾਹਮਣੇ ਐਸੇ ਸੰਸਾਰ ਵਿੱਚ ਹੋਈ ਹੈ। ਪੰਡਤ ਨੇ ਧੱਕੇ ਮੈਨੂੰ ਇਸ ਜ਼ਿੰਦਗੀ ਚ ਮਾਰੇ ਹੈ। ਜੇ ਆ ਸਰੀਰਕ ਮੌਤ ਤੋਂ ਬਾਅਦ ਕੋਈ ਕਹੇ ਤੈਨੂੰ ਮੁਕਤੀ ਮਿਲ ਜਾਏਗੀ ਤੇ ਮੈਨੂੰ ਮੁਕਤੀ ਨਹੀਂ ਚਾਹੀਦੀ। ਮੈਨੂੰ ਜਿਉਂਦੇ ਜੀ ਇਸ ਜਨਮ ਦੇ ਵਿੱਚ ਹੀ ਮੁਕਤੀ ਦੇ। ਕਿਉਂ?
आ मेरी बेइज्जती करने वाले पंडित नूं भी पता लग सके नाम जपण वाले दी शोभा किवें हुंदी है। मैं नाम जपिया, मैं बंदगी कीती, मैनू मंदिर चों धक्के पए, लोकां ने देखिया परमात्मा दी बंदगी करने वाले नूं धक्के पैंदे पए ने, वो लोग देख सकण कि परमात्मा दे नाम जपण वाले दी वडियाई की हुंदी है। मैनू जिउंदे जी मुक्त दे, मुए होए जो मुक्त दे होंगे, मुक्त न जाने कोई ला। मैनू नहीं चाहिए ऐसी मुक्ति, मैनू शोभा, मैनू वडियाई, मैनू मुक्ति जिउंदे जी चाहिए। और सच है गुरमुखो, गुरु अर्जन साहब पातशाह कहंदे बाबे नामदेव नूं मरण तो बाद नहीं, गोबिंद 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 सिंह नाम लियो मन लीना, आड दाम कोछी परो होए ओ लखीना। अद्धी कौडी दा छिंबा कहंदे लखां दा हो गया, अद्धी कौडी दा छिंबा लखां दा मरण तो बाद नहीं जिउंदे जी होया। सतगुरु पातशाह कृपा करन, भुल्लां चुक्कां दी खिमा, फतेह बुलाओ आखो जी।